ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਗੁਰਬਾਣੀ ਦੀ ਇਸ ਤੁਕ ਅਨੁਸਾਰ ਮਿੱਠਾ ਬੋਲਣਾ, ਹਲੀਮੀ ਰੱਖਣਾ ਬੰਦੇ ਦਾ ਸਭ ਤੋਂ ਅਨਮੋਲ ਗਹਿਣਾ। ਹੱਸ ਕੇ ਬੋਲਣਾ, ਡਾਊਨ ਟੂ ਅਰਥ ਰਹਿਣਾ, ਗੁੱਸੇ ਤੋਂ ਦੂਰ ਰਹਿਣਾ ਬੇਸ਼ੱਕ ਔਖਾ ਹੈ ਪਰ ਜ਼ਿੰਦਗੀ ਇਸ ਨਾਲ ਹੋਰ ਵੀ ਸੌਖੀ ਬਣ ਜਾਂਦੀ ਹੈ। ਅੱਜ ਦੀ ਕਹਾਣੀ ਜੋ ਤੁਹਾਡੇ ਅੱਗੇ ਪੇਸ਼ ਕਰਨ ਲੱਗੀ ਹਾਂ ਉਹ ਵੀ ਇਸੇ ਦਿਸ਼ਾ ਵੱਲ ਹੋਵੇਗੀ। ਤੇ ਗੱਲ ਹੈ ਸਰਦਾਰ ਹਰਜੀਤ ਸਿੰਘ ਦੀ। ਸਰਦਾਰ ਹਰਜੀਤ ਸਿੰਘ ਉੱਚ ਸਰਕਾਰੀ ਅਹੁਦੇ ਤੇ ਤਾਇਨਾਤ ਸਨ, ਪਰ ਸੁਭਾਅ ਵਿੱਚ ਇੰਨੀ ਨਮਰਤਾ ਕਿ ਉਹਨਾਂ ਦੇ ਸੰਪਰਕ ਵਿੱਚ ਆਇਆ ਕੋਈ ਵੀ ਸ਼ਖਸ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਉਹ ਆਪਣੇ ਸਟਾਫ ਨਾਲ ਇੰਨੀ ਹਲੀਮੀ ਨਾਲ ਪੇਸ਼ ਆਉਂਦੇ ਕਿ ਸਟਾਫ ਮੈਂਬਰਾਂ ਤੇ ਉਹਨਾਂ ਵੱਲੋਂ ਦੱਸੇ ਗਏ ਕੰਮ ਦਾ ਕਦੇ ਕੋਈ ਪ੍ਰੈਸ਼ਰ ਨਾ ਹੁੰਦਾ। ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਟਾਫ ਮੈਂਬਰ ਵੀ ਬਹੁਤ ਖੁਸ਼ ਤੇ ਪੂਰੇ ਦਫ਼ਤਰ ਦਾ ਮਾਹੌਲ ਸ਼ਾਂਤ, ਖੁਸ਼ਗਵਾਰ, ਕਿਸੇ ਤੀਰਥ ਅਸਥਾਨ ਵਰਗੇ ਵਾਤਾਵਰਣ ਦਾ ਅਹਿਸਾਸ ਕਰਾਉਂਦਾ। ਉੱਚ ਸਟਾਫ ਮੈਂਬਰਾਂ ਤੇ ਦਫ਼ਤਰ ਦੇ ਕੰਮਾਂ ਲਈ ਆਉਣ ਵਾਲੀ ਆਮ ਪਬਲਿਕ ਨੂੰ ਸਾਹਿਬ ਦੇ ਇਸ ਅਲੌਕਿਕ ਸੁਭਾਅ ਤੇ ਹੈਰਾਨੀ ਜ਼ਰੂਰ ਹੁੰਦੀ। ਸਟਾਫ ਮੈਂਬਰ ਆਪਸ ਵਿੱਚ ਇਸ ਵਿਸ਼ੇ ਤੇ ਗੱਲ ਵੀ ਕਰਦੇ, ਪਰ ਇਹ ਗੱਲ ਸਾਹਿਬ ਨਾਲ ਸਾਂਝੀ ਕਰਨਾ ਉਹਨਾਂ ਦੇ ਸੁਭਾਅ ਦੇ ਵੱਖਰੇਪਣ ਦਾ ਰਾਜ਼ ਜਾਣਨ ਦਾ ਸਬੱਬ ਕਦੇ ਨਹੀਂ ਸੀ ਬਣਿਆ। ਅਗਲੇ ਮਹੀਨੇ ਸਾਹਿਬ ਦੀ ਸੇਵਾ ਮੁਕਤੀ ਭਾਵ ਰਿਟਾਇਰਮੈਂਟ ਆ ਗਈ ਸੀ। ਸਟਾਫ ਮੈਂਬਰਾਂ ਨੂੰ ਅੰਦਰੋਂ ਅੰਦਰੀ ਇੱਕ ਚੰਗੇ ਅਫਸਰ ਦੇ ਜਾਣ ਦਾ ਦੁੱਖ ਵੀ ਸੀ, ਪਰ ਕਹਿੰਦੇ ਨੇ ਰਿਟਾਇਰਮੈਂਟ ਤੱਕ ਸਰਕਾਰੀ ਨੌਕਰੀ ਸੁਖੀ ਸਾਂਦੀ ਮੁਕੰਮਲ ਕਰ ਲੈਣਾ ਬਹੁਤ ਹੀ ਸੰਤੁਸ਼ਟੀ ਵਾਲੀ ਗੱਲ ਹੁੰਦੀ ਆ। ਤੇ ਇਸੇ ਕਰਕੇ ਇਸ ਦਿਨ ਸੇਵਾ ਮੁਕਤੀ ਦੇ ਦਿਨ ਇੱਕ ਯਾਦਗਾਰ ਦੇ ਤੌਰ ਤੇ ਜਸ਼ਨ ਦੇ ਰੂਪ ਵਿੱਚ ਮਨਾਏ ਜਾਣ ਦੀ ਪਰੰਪਰਾ ਬਣ ਚੁੱਕੀ ਹੈ। ਦਫ਼ਤਰ ਦੇ ਸਟਾਫ ਨੇ ਵੀ ਸਾਹਿਬ ਲਈ ਵਿਦਾਇਗੀ ਪਾਰਟੀ ਦਾ ਪੂਰਾ ਪ੍ਰਬੰਧ ਕੀਤਾ। ਸਰਦਾਰ ਹਰਜੀਤ ਸਿੰਘ ਨੇ ਖੁਸ਼ੀ-ਖੁਸ਼ੀ ਸਟਾਫ ਦੀ ਬੇਨਤੀ ਪ੍ਰਵਾਨ ਕਰ ਲਈ। ਪਾਰਟੀ ਵਾਲੇ ਦਿਨ ਸਾਹਿਬ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੱਦਿਆ ਗਿਆ ਸੀ। ਇਸ ਮੌਕੇ ਮਹਿਕਮੇ ਦੇ ਹੋਰ ਵੱਡੇ ਸਾਹਿਬਾਨ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਸਰਦਾਰ ਹਰਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਹਰ ਪਾਸੇ ਸਵਾਗਤ ਕੀਤਾ ਗਿਆ, ਜਿਸ ਉਪਰੰਤ ਯਾਦਗਾਰ ਵਜੋਂ ਮੋਮੈਂਟੋ ਤੇ ਤੋਹਫਿਆਂ ਦਾ ਆਦਾਨ ਪ੍ਰਦਾਨ ਵੀ ਹੋਇਆ ਤੇ ਸਟਾਫ ਵੱਲੋਂ ਚਾਹ ਪਾਣੀ ਤੇ ਸਨੈਕਸ ਦਾ ਪ੍ਰਬੰਧ ਕੀਤਾ ਹੋਇਆ ਸੀ, ਜੋ ਕਿ ਨਾਲੋਂ ਨਾਲ ਸਰਵ ਹੁੰਦਾ ਰਿਹਾ। ਇਸ ਤੋਂ ਬਾਅਦ ਦਫ਼ਤਰ ਦੇ ਸੁਪਰੀਡੈਂਡੈਂਟ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲੀ ਤੇ ਵਾਰੋ-ਵਾਰੀ ਸਾਰੇ ਸੀਨੀਅਰ ਅਫਸਰਾਂ ਨੇ ਆਪਣੇ ਵਿਚਾਰ ਰੱਖੇ। ਹਰੇਕ ਅਫਸਰ ਨੇ ਸਰਦਾਰ ਹਰਜੀਤ ਸਿੰਘ ਵੱਲੋਂ ਮਹਿਕਮੇ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇੱਕ ਗੱਲ ਜੋ ਹਰ ਬੁਨਾਰੇ ਨੇ ਆਖੀ ਇਹ ਸੀ ਕਿ ਸਰਦਾਰ ਹਰਜੀਤ ਸਿੰਘ ਆਪਣੇ ਨਰਮ ਸੁਭਾਅ, ਹਮੇਸ਼ਾ ਸ਼ਾਂਤ ਤੇ ਖੁਸ਼ ਰਹਿਣ ਦੀ ਬਿਰਤੀ ਪਿੱਛੇ ਛੁਪੇ ਰਾਜ਼ ਬਾਰੇ ਜ਼ਰੂਰ ਦੱਸਣ। ਹੁਣ ਤਾੜੀਆਂ ਦੇ ਸਵਾਗਤ ਨਾਲ ਵਿਦਾਇਗੀ ਪਾਰਟੀ ਦੇ ਮੁੱਖ ਮਹਿਮਾਨ ਸਰਦਾਰ ਹਰਜੀਤ ਸਿੰਘ ਨੂੰ ਸਟੇਜ ਤੇ ਆਮੰਤਰਿਤ ਕੀਤਾ ਗਿਆ। ਉਹਨਾਂ ਨੇ ਹੱਥ ਜੋੜ ਕੇ ਉਹਨਾਂ ਨੂੰ ਦਿੱਤੇ ਗਏ ਇਸ ਮਾਣ ਲਈ ਸਟਾਫ ਮੈਂਬਰ ਤੇ ਸੀਨੀਅਰ ਅਫਸਰ ਸਾਹਿਬਾਨ ਦਾ ਧੰਨਵਾਦ ਕੀਤਾ। ਫਿਰ ਉਹਨਾਂ ਨੇ ਵਿਭਾਗ ਵਿੱਚ ਆਪਣੇ ਤਜਰਬਿਆਂ ਬਾਰੇ ਵਿਚਾਰ ਸਾਂਝੇ ਕੀਤੇ ਤੇ ਇੱਕ ਵਧੀਆ ਮਹਿਕਮੇ ਵਿੱਚ ਸੇਵਾਵਾਂ ਦਾ ਮੌਕਾ ਦੇਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ। ਤੇ ਹੁਣ ਵਾਰੀ ਸੀ ਉਹ ਰਾਜ਼ ਦਾ ਖੁਲਾਸਾ ਕਰਨ ਦੀ, ਜਿਸ ਨੂੰ ਜਾਣਨ ਲਈ ਪਾਰਟੀ ਵਿੱਚ ਹਾਜ਼ਰ ਹਰ ਸ਼ਖਸ ਬੇਤਾਬ ਸੀ। ਹਰਜੀਤ ਸਿੰਘ ਦੇ ਅਗਲੇ ਸ਼ਬਦ ਕੁਝ ਇਸ ਤਰ੍ਹਾਂ ਸਨ। ਮੇਰੇ ਪਿਤਾ ਜੀ ਦੀ ਨੌਕਰੀ ਸਰਕਾਰੀ ਸੀ ਤੇ ਉਹਨਾਂ ਦੀ ਜੌਬ ਕਲਰਕ ਦੀ ਸੀ। ਪਿਤਾ ਜੀ ਬੜੇ ਮਿਹਨਤੀ ਸਨ, ਪਰਿਵਾਰ ਵੱਡਾ ਸੀ, ਪਰ ਪਿਤਾ ਜੀ ਸਖਤ ਮਿਹਨਤ ਕਰਕੇ ਪਰਿਵਾਰ ਨੂੰ ਪਾਲ ਰਹੇ ਸਨ। ਉਹ ਕਦੇ ਵੀ ਕਿਸੇ ਨੂੰ ਕੋਈ ਕਮੀ ਮਹਿਸੂਸ ਨਹੀਂ ਸੀ ਹੋਣ ਦਿੰਦੇ। ਆਪ ਬਹੁਤ ਸਾਦਾ ਰਹਿੰਦੇ, ਪਰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਚੰਗੀਆਂ ਪੜ੍ਹਾਈਆਂ ਕਰਵਾਈਆਂ। ਦਫ਼ਤਰ ਸਾਈਕਲ ਤੇ ਜਾਂਦੇ, ਕਈ ਵਾਰ ਦਫ਼ਤਰ ਓਵਰ ਟਾਈਮ ਵੀ ਕਰਨਾ ਪੈਂਦਾ, ਪਰ ਕਦੇ ਵੀ ਪਰੇਸ਼ਾਨ ਨਹੀਂ ਸੀ ਹੁੰਦੇ। ਅਸੀਂ ਸਾਰਾ ਪਰਿਵਾਰ ਪਿਤਾ ਜੀ ਦਾ ਬੇਅੰਤ ਸਤਿਕਾਰ ਕਰਦੇ ਤੇ ਪਿਤਾ ਜੀ ਸਾਨੂੰ ਹਮੇਸ਼ਾ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦੇ। ਮੇਰਾ 10ਵੀਂ ਦਾ ਰਿਜ਼ਲਟ ਆਇਆ ਸੀ, ਨੰਬਰ ਬਹੁਤ ਚੰਗੇ ਸਨ। ਅੱਗੇ ਕਾਲਜ ਵਿੱਚ ਦਾਖਲੇ ਲਈ ਫਾਰਮ ਭਰਨ ਲਈ ਸਰਟੀਫਿਕੇਟਸ ਦੀ ਤਸਦੀਕ ਕਰਵਾਉਣੀ ਸੀ। ਮੈਂ ਸਰਟੀਫਿਕੇਟਸ ਦੀ ਕਾਪੀਆਂ ਕਰਵਾਈਆਂ ਤੇ ਪਿਤਾ ਜੀ ਦੇ ਦਫ਼ਤਰ ਚਲਾ ਗਿਆ। ਅੱਗੇ ਪਿਤਾ ਜੀ ਸੀਟ ਤੇ ਨਹੀਂ ਸਨ। ਨਾਲ ਦੇ ਸਟਾਫ ਮੈਂਬਰ ਨੇ ਮੈਨੂੰ ਬੈਠਣ ਨੂੰ ਕਿਹਾ ਤੇ ਨਾਲ ਹੀ ਦੱਸਿਆ ਕਿ ਤੇਰੇ ਡੈਡੀ ਸਾਹਿਬ ਕੋਲ ਗਏ ਨੇ, ਹੁਣੇ ਆ ਜਾਂਦੇ ਨੇ। ਸਾਹਿਬ ਦਾ ਕਮਰਾ ਵੀ ਨਾਲ ਹੀ ਸੀ। ਅਚਾਨਕ ਹੀ ਸਾਹਿਬ ਦੇ ਕਮਰੇ ਤੋਂ ਉੱਚੀ ਝਿੜਕਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਅੱਗੇ ਹੋ ਕੇ ਵੇਖਿਆ, ਦਰਵਾਜ਼ੇ ਤੇ ਅੱਧੇ ਖੁੱਲੇ ਪਰਦੇ ਤੋਂ ਪਿਤਾ ਜੀ ਹੱਥ ਜੋੜੀ ਖੜੇ ਨਜ਼ਰ ਆ ਰਹੇ ਸਨ। ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਸਾਹਿਬ ਪਿਤਾ ਜੀ ਨੂੰ ਗੁੱਸੇ ਹੋ ਰਹੇ ਸਨ। ਮੈਨੂੰ ਉਸ ਸਮੇਂ ਜੋ ਤਕਲੀਫ ਹੋਈ ਉਸ ਨੂੰ ਮੈਂ ਬਿਆਨ ਵੀ ਨਹੀਂ ਕਰ ਸਕਦਾ। ਕੁਝ ਸਮੇਂ ਬਾਅਦ ਪਿਤਾ ਜੀ ਬਾਹਰ ਆਏ।
ਆਪਣੇ ਆਪ ਨੂੰ ਸਹਿਜ ਰੱਖਦੇ ਹੋਏ ਉਹਨਾਂ ਨੇ ਉਸੇ ਘਟਨਾ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਤੇ ਮੈਨੂੰ ਮੇਰਾ ਕੰਮ ਕਰਵਾ ਕੇ ਸਮਝਾ ਕੇ ਤੋਰ ਦਿੱਤਾ। ਮੇਰਾ ਅੰਦਰ ਝੰਜੋੜਿਆ ਗਿਆ ਸੀ ਕਿ ਪਿਤਾ ਜੀ ਸਾਡੇ ਲਈ ਇੰਨਾ ਕੁਝ ਸਹਾਰਦੇ ਨੇ ਤੇ ਸਾਡੇ ਤੇ ਕਦੇ ਕੋਈ ਅਹਿਸਾਨ ਵੀ ਨਹੀਂ ਜਤਾਇਆ। ਇਸ ਘਟਨਾ ਤੋਂ ਮੈਂ ਇੱਕ ਸੇਧ ਜ਼ਰੂਰ ਕਰ ਲਈ ਕਿ ਜ਼ਿੰਦਗੀ ਵਿੱਚ ਭਾਵੇਂ ਮੈਂ ਜਿੰਨਾ ਮਰਜ਼ੀ ਵੱਡਾ ਅਫਸਰ ਬਣ ਜਾਵਾਂ, ਪਰ ਕਿਸੇ ਵੀ ਛੋਟੇ ਵੱਡੇ ਲਈ ਕੋਈ ਫਿੱਕਾ ਸ਼ਬਦ ਜ਼ੁਬਾਨ ਤੇ ਨਹੀਂ ਲਿਆਵਾਂਗਾ, ਕਿਉਂਕਿ ਹਰ ਇਨਸਾਨ ਦਾ ਆਪਣੇ ਪਰਿਵਾਰ ਵਿੱਚ ਬਰਾਬਰ ਦਾ ਸਤਿਕਾਰ ਹੈ ਤੇ ਕਿਸੇ ਨੂੰ ਕੋਈ ਵੀ ਹੱਕ ਨਹੀਂ ਕਿਸੇ ਦੇ ਪਰਿਵਾਰ ਦੇ ਮੁਖੀ ਨੂੰ ਜ਼ਲੀਲ ਕਰਕੇ ਸਾਰੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ। ਬਸ ਇਹੋ ਕੋਸ਼ਿਸ਼ ਮੈਂ ਆਪਣੀ ਸਰਵਿਸ ਦੌਰਾਨ ਕਰਦਾ ਰਿਹਾ। ਅੱਗੇ ਸਰਦਾਰ ਹਰਜੀਤ ਸਿੰਘ ਨੇ ਫਿਰ ਬੋਲਣਾ ਸ਼ੁਰੂ ਕੀਤਾ। ਸਤਿਕਾਰਯੋਗ ਸਾਥੀਓ, ਇੱਕ ਗੱਲ ਜੋ ਜ਼ਿੰਦਗੀ ਦੇ ਤਜਰਬੇ ਤੋਂ ਸਿੱਖੀ ਹੈ ਉਹ ਵੀ ਜ਼ਰੂਰ ਸਾਂਝੀ ਕਰਾਂਗਾ। ਕਿਸੇ ਨਾਲ ਵੀ ਕਿਸੇ ਵੀ ਸਮੇਂ ਕੋਈ ਗੱਲ ਕਰਨ ਸਮੇਂ ਸਾਹਮਣੇ ਵਾਲੇ ਦੇ ਚਿਹਰੇ ਦਾ ਮੁਲਾਂਕਣ ਨਾਲੋਂ ਨਾਲ ਕਰਦੇ ਰਹੋ ਕਿ ਕਿਤੇ ਤੁਹਾਡੀ ਗੱਲ ਨਾਲ ਸੁਣਨ ਵਾਲੇ ਨੂੰ ਕੋਈ ਠੇਸ ਤਾਂ ਨਹੀਂ ਪਹੁੰਚ ਰਹੀ। ਬਸ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹੋਏ ਪਰਮਾਤਮਾ ਦੀ ਰਜ਼ਾ ਵਿੱਚ ਨਿਮਾਣਾ ਬਣ ਕੇ ਵਿਚਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਦਾ ਰਿਹਾ ਜੀ। ਇਹਨਾਂ ਸਭ ਸ਼ਬਦਾਂ ਨਾਲ ਸਰਦਾਰ ਹਰਜੀਤ ਸਿੰਘ ਦੀ ਵਿਦਾਇਗੀ ਪਾਰਟੀ ਸਮਾਪਤੀ ਨੂੰ ਪਹੁੰਚ ਗਈ ਸੀ। ਉਧਰ ਸਟਾਫ ਮੈਂਬਰ ਆਪਣੇ ਵਿਦਾ ਹੋਏ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਇਹ ਗੁਣ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਹਿਮ ਕਰਕੇ ਇੱਕ ਸੁਖਦ ਅਹਿਸਾਸ ਨਾਲ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋ ਚੁੱਕੇ ਸਨ। ਤੇ ਇਸ ਕਹਾਣੀ ਨੂੰ ਬਿਆਨ ਕਰਨ ਦਾ ਮਕਸਦ ਇਹੋ ਸੀ ਕਿ ਹਉਮੈ ਨੂੰ ਛੱਡ ਕੇ ਕਿਉਂ ਨਾ ਹਲੀਮੀ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਥੋੜੀ ਜਿਹੀ ਜੋ ਸਵੀਟਨੈਸ ਜਿਹੜੀ ਹੈ, ਜੋ ਅਸੀਂ ਆਪਣੀ ਨੇਚਰ ਦੇ ਵਿੱਚ ਲੈ ਕੇ ਆਈਏ ਤਾਂ ਜ਼ਿੰਦਗੀ ਸੌਖੀ ਜ਼ਰੂਰ ਲੱਗੇਗੀ। ਇਹ ਔਖਾ ਕੰਮ ਜ਼ਰੂਰ ਆ ਪਰ ਮੁਸ਼ਕਿਲ ਨਹੀਂ। ਤਾਂ ਇਹ ਸੀ ਜੀ ਅੱਜ ਦੀ ਕਹਾਣੀ। ਉਮੀਦ ਹੈ ਤੁਸੀਂ ਪਸੰਦ ਕੀਤੀ ਹੋਵੇਗੀ।